In this video, we will discuss heat engine and refrigerator। ਜਿਵੇਂ ਕਿ ਆਪਾਂ ਅਕਸਰ ਹੀ ਫਿਜ਼ਿਕਸ ਦੇ ਵਿੱਚ ਪੜ੍ਹਦੇ ਹਾਂ ਕਿ ਲਾ ਆਫ ਕੰਜ਼ਰਵੇਸ਼ਨ ਆਫ ਐਨਰਜੀ। ਇਸ ਦੇ ਅਕੋਰਡਿੰਗ ਕੀ ਹੁੰਦਾ ਵਾ ਕਿ ਜਿਹੜੀ ਟੋਟਲ ਐਨਰਜੀ ਆ ਉਹ ਕੀ ਆ, ਆਪਾਂ ਕਹਿੰਦੇ ਕੰਜ਼ਰਵ ਰਹਿੰਦੀ ਆ, ਜਾਂ ਆਪਾਂ ਕਹਿ ਦਿੰਦੇ ਆ ਕਿ ਐਨਰਜੀ ਕੈਨ ਨਾਈਦਰ ਬੀ ਕ੍ਰੀਏਟਡ ਨੋਰ ਡਿਸਟਰੋਏ ਬਟ ਇਟ ਕੈਨ ਚੇਂਜ ਫਰੋਮ ਵਨ ਫਾਰਮ ਟੂ ਅਨਦਰ ਫਾਰਮ। ਮਤਲਬ ਜਿਹੜੀ ਇਹਦੀ ਫਾਰਮ ਆ ਉਹ ਚੇਂਜ ਹੁੰਦੀ ਰਹਿੰਦੀ ਹੈ ਇੱਕ ਫਾਰਮ ਤੋਂ ਦੂਸਰੀ ਫਾਰਮ ਦੇ ਵਿੱਚ। ਹੁਣ ਸਪੋਜ਼ ਕਰ ਲਓ ਫੋਰ ਐਗਜ਼ਾਮਪਲ, ਜਦੋਂ ਆਪਾਂ ਆਪਣੇ ਹੈਂਡ ਜਿਹੜੇ ਆ ਰੱਬ ਕਰਦੇ ਹਾਂ, ਰੱਬ ਕਰਨ ਤੋਂ ਬਾਅਦ ਕੀ ਹੁੰਦਾ ਵਾ, ਆਪਾਂ ਦੇਖਦੇ ਹਾਂ ਥੋੜ੍ਹੇ ਟਾਈਮ ਬਾਅਦ ਆਪਣੇ ਜਿਹੜੇ ਹੈਂਡ ਆ ਉਹ ਕੀ ਹੋ ਜਾਂਦੇ ਆ, ਉਹਨਾਂ 'ਤੇ ਹੀਟ ਪ੍ਰੋਡਿਊਸ ਹੋ ਜਾਂਦੀ ਆ। ਮਤਲਬ ਜੋ ਆਪਾਂ ਹੈਂਡ ਨੂੰ ਰੱਬ ਕੀਤਾ, ਆਪਾਂ ਮਕੈਨੀਕਲ ਵਰਕ ਕੀਤਾ, ਉਹ ਮਕੈਨੀਕਲ ਵਰਕ ਜਾਂ ਉਹ ਮਕੈਨੀਕਲ ਐਨਰਜੀ ਆ ਜੋ ਚੇਂਜ ਹੋ ਜਾਂਦੀ ਆ ਹੀਟ ਦੀ ਫਾਰਮ ਦੇ ਵਿੱਚ। ਹੁਣ ਦੇਖੋ ਆਪਾਂ ਮਕੈਨੀਕਲ ਵਰਕ ਨੂੰ ਕੀ ਕੀਤਾ, ਹੀਟ ਦੇ ਵਿੱਚ ਚੇਂਜ ਕਰਤਾ। ਕੀ ਇਹਦਾ ਰਿਵਰਸ ਵੀ ਟਰੂ ਹੋ ਸਕਦਾ? ਮਤਲਬ ਆਪਾਂ ਹੀਟ ਐਨਰਜੀ ਨੂੰ ਮਕੈਨੀਕਲ ਵਰਕ 'ਚ ਕਨਵਰਟ ਕਰ ਸਕਦੇ ਹਾਂ? ਅਤੇ ਇਹਦਾ ਆਨਸਰ ਆ ਜਿਹੜਾ ਯੈਸ, ਵੀ ਕੈਨ ਕਨਵਰਟ ਹੀਟ ਐਨਰਜੀ ਇਨਟੂ ਮਕੈਨੀਕਲ ਐਨਰਜੀ। ਮਤਲਬ ਆਪਾਂ ਹੀਟ ਐਨਰਜੀ ਨੂੰ ਯੂਜ਼ ਕਰ ਸਕਦੇ ਹਾਂ ਮਕੈਨੀਕਲ ਵਰਕ ਕਰਨ ਦੇ ਲਈ। ਹੁਣ ਉਸ ਦੇ ਲਈ ਜੋ ਆਪਾਂ ਡਿਵਾਈਸ ਯੂਜ਼ ਕਰਦੇ ਹਾਂ, ਉਸ ਡਿਵਾਈਸ ਨੂੰ ਆਪਾਂ ਕਹਿ ਦਿੰਦੇ ਹਾਂ ਹੀਟ ਇੰਜਨ। ਇਹ ਆਪਣਾ ਹੀਟ ਇੰਜਨ ਆ ਜੋ ਉਹ ਇੱਕ ਇਹੋ ਜਿਹੀ ਡਿਵਾਈਸ ਆ ਜਿਹੜੀ ਹੀਟ ਐਨਰਜੀ ਨੂੰ ਕਨਵਰਟ ਕਰਦਾ ਮਕੈਨੀਕਲ ਐਨਰਜੀ ਦੇ ਵਿੱਚ। ਇਹਦੀ ਡੈਫੀਨੇਸ਼ਨ ਦੇਖੋ ਕੀ ਹੋਊਗੀ, ਇਟ ਇਜ਼ ਅ ਡਿਵਾਈਸ ਵਿਚ ਕਨਵਰਟ ਹੀਟ ਐਨਰਜੀ ਇਨਟੂ ਮਕੈਨੀਕਲ ਐਨਰਜੀ। ਹੀਟ ਇੰਜਨ ਦੀ ਜੋ ਐਗਜ਼ਾਮਪਲ ਆ ਉਹ ਹੈਗੀ ਸਟੀਮ ਇੰਜਨ, ਡੀਜ਼ਲ ਇੰਜਨ। ਠੀਕ ਹੈ, ਇਹਦੀਆਂ ਐਗਜ਼ਾਮਪਲ ਆ ਅੱਗੇ ਆਪਾਂ ਐਕਸਪਲੇਨ ਵੀ ਕਰਨੀਆਂ। ਉਸ ਤੋਂ ਬਾਅਦ ਆ ਜਾਂਦੀ ਆਪਣੇ ਕੋਲ ਕੰਸਟਰਕਸ਼ਨ। ਇਹਦੀ ਕੰਸਟਰਕਸ਼ਨ ਦੇਖੋ ਕੀ ਆ, ਇਹਦੇ 3 ਪਾਰਟ ਹੁੰਦੇ ਆ ਮੇਨ: ਸੋਰਸ, ਸਿੰਕ ਐਂਡ ਵਰਕਿੰਗ ਸਬਸਟਾਂਸ। 3 ਮੇਨ ਸਬਸਟਾਂਸ ਹੁੰਦੇ ਆ, ਸੋਰਸ, ਸਿੰਕ ਐਂਡ ਵਰਕਿੰਗ ਸਬਸਟਾਂਸ। ਹੁਣ ਦੇਖੋ ਕੀ ਹੁੰਦਾ ਵਾ, ਜਿਹੜਾ ਸੋਰਸ ਆ ਉਹ ਹਾਈ ਟੈਂਪਰੇਚਰ ਦੇ ਉੱਤੇ ਮੇਨਟੇਨ ਹੁੰਦਾ, ਅਤੇ ਜੋ ਸਿੰਕ ਹੁੰਦਾ ਵਾ ਉਹ ਲੋ ਟੈਂਪਰੇਚਰ ਦੇ ਉੱਤੇ ਮੇਨਟੇਨ ਹੁੰਦਾ ਵਾ। ਹੁਣ ਦੇਖੋ ਕਿ ਸੋਰਸ ਜੋ ਹੋਊਗਾ ਆਪਣਾ, ਸੋਰਸ ਇਜ਼ ਅ ਹੌਟ ਬੋਡੀ ਮੇਨਟੇਨ ਐਟ ਵੈਰੀ ਹਾਈ ਟੈਂਪਰੇਚਰ ਵਿਚ ਸਪਲਾਈ ਹੀਟ ਐਨਰਜੀ। ਇਹ ਵਰਕਿੰਗ ਸਬਸਟਾਂਸ ਨੂੰ ਹੀਟ ਐਨਰਜੀ ਸਪਲਾਈ ਕਰਦਾ, ਇਹਦਾ ਟੈਂਪਰੇਚਰ ਆ ਜਿਹੜਾ ਹਾਈ ਹੁੰਦਾ। ਨੈਕਸਟ ਆ ਜਾਂਦਾ ਆਪਣੇ ਕੋਲ ਸਿੰਕ। ਸਿੰਕ ਕੀ ਆ, ਕੋਲਡ ਬੋਡੀ ਆ, ਇਸ ਨੂੰ ਆਪਾਂ ਲੋ ਟੈਂਪਰੇਚਰ ਦੇ ਉੱਤੇ ਮੇਨਟੇਨ ਕਰਨਾ ਹੁੰਦਾ। ਇਹ ਕੀ ਕਰਦਾ ਵਾ, ਇਹ ਵਰਕਿੰਗ ਸਬਸਟਾਂਸ ਜੋ ਹੀਟ ਉਹ ਰਿਜੈਕਟ ਕਰਦਾ, ਵਰਕਿੰਗ ਸਬਸਟਾਂਸ ਵਰਕ ਕਰਨ ਤੋਂ ਬਾਅਦ ਉਸ ਹੀਟ ਨੂੰ ਕੀ ਕਰਦਾ, ਇਹ ਅਬਜ਼ੋਰਬ ਕਰ ਲੈਂਦਾ ਵਾ, ਪਰ ਇਹਦਾ ਟੈਂਪਰੇਚਰ ਆ ਜੋ ਸੋਰਸ ਦੇ ਨਾਲੋਂ ਲੈਸ ਹੀ ਹੁੰਦਾ। ਫਿਰ ਨੈਕਸਟ ਆ ਜਾਂਦਾ ਵਰਕਿੰਗ ਸਬਸਟਾਂਸ। ਵਰਕਿੰਗ ਸਬਸਟਾਂਸ ਦੇ ਵਿੱਚ ਦੇਖੋ ਕਿ ਆਪਣੇ ਕੋਲ ਅ ਮਟੀਰੀਅਲ ਵਿਚ ਅਬਜ਼ੋਰਬ ਫਰੋਮ ਹੀਟ ਫਰੋਮ ਸੋਰਸ ਐਂਡ ਕਨਵਰਟ ਇਨਟੂ ਮਕੈਨੀਕਲ ਐਨਰਜੀ ਬਾਏ ਰਿਜੈਕਟਿੰਗ ਸਮ ਅਮਾਊਂਟ ਆਫ ਹੀਟ ਟੂ ਸਿੰਕ। ਦੇਖੋ ਕੀ ਕਰਦਾ ਇਹ ਵਰਕਿੰਗ ਸਬਸਟਾਂਸ ਨੇ, ਕੀ ਕਰਨਾ, ਸੋਰਸ ਤੋਂ ਹੀਟ ਐਬਜ਼ੋਰਬ ਕੀਤੀ, ਜੋ ਹੀਟ ਉਹਨੂੰ ਵਰਕ ਡਨ ਕਰਨ ਦੇ ਲਈ ਚਾਹੀਦੀ ਸੀ ਉਹ ਹੀਟ ਉਹਨੇ ਕੀ ਕੀਤੀ, ਯੂਜ਼ ਕਰਕੇ ਬਾਕੀ ਦੀ ਜੋ ਹੀਟ ਆ ਉਹ ਰਿਜੈਕਟ ਕਰ ਦਿੰਦਾ ਸਿੰਕ ਦੇ ਵਿੱਚ। ਇਹ ਸੀਗੇ 3 ਮੇਨ ਪਾਰਟ ਅਤੇ ਉਹਨਾਂ ਦੀ ਵਰਕਿੰਗ। ਨੈਕਸਟ ਆਪਣੇ ਕੋਲ ਆ ਜਾਂਦਾ ਵਰਕਿੰਗ ਐਂਡ ਐਫੀਸ਼ੀਐਂਸੀ ਆਫ ਹੀਟ ਇੰਜਨ। ਇਹਦੀ ਵਰਕਿੰਗ ਅਤੇ ਆਪਾਂ ਐਫੀਸ਼ੀਐਂਸੀ ਡਿਸਕਸ ਕਰਦੇ ਹਾਂ। ਵਰਕਿੰਗ ਦੇ ਵਿੱਚ ਕੀ ਹੋਊਗਾ ਕਿ ਜੋ ਆਪਣੇ ਕੋਲ ਵਰਕਿੰਗ ਸਬਸਟਾਂਸ ਆ ਉਹ ਕੀ ਕਰਦਾ ਵਾ, ਸੋਰਸ ਤੋਂ ਹੀਟ ਐਨਰਜੀ ਅਬਜ਼ੋਰਬ ਕਰ ਲੈਂਦਾ। ਉਸ ਤੋਂ ਬਾਅਦ ਕੀ ਹੁੰਦਾ, ਜੋ ਵੀ ਇਹਨੇ ਹੀਟ ਐਨਰਜੀ ਅਬਜ਼ੋਰਬ ਕੀਤੀ ਆ, ਸਪੋਜ਼ ਕਰ ਲਓ ਇਸ ਨੇ Q1 ਹੀਟ ਐਨਰਜੀ ਅਬਜ਼ੋਰਬ ਕੀਤੀ। ਉਸ ਤੋਂ ਬਾਅਦ ਵਰਕਿੰਗ ਸਬਸਟਾਂਸ ਨੇ ਵਰਕ ਕੀਤਾ। ਵਰਕ ਕਰਨ ਤੋਂ ਬਾਅਦ ਕੀ ਹੁੰਦਾ ਵਾ ਕਿ ਇਹ ਜਿਹੜੀ ਹੀਟ ਬਚਦੀ ਆ ਉਹ ਰਿਜੈਕਟ ਕਰ ਦਿੰਦਾ ਸਿੰਕ ਨੂੰ। ਉਹ ਸਪੋਜ਼ ਕਰ ਲਓ Q2 ਆਪਣੇ ਕੋਲ, ਅਤੇ ਜੋ ਵਰਕ ਆ, ਵਰਕ ਡਨ ਇਕੁਅਲ ਟੂ Q1 ਮਾਈਨਸ Q2। ਮਤਲਬ ਕੰਜ਼ਰਵੇਸ਼ਨ ਆਫ ਐਨਰਜੀ ਦੇ ਅਕੋਰਡਿੰਗ ਕੀ ਆਪਣੇ ਕੋਲ ਟੋਟਲ ਹੀਟ ਉਹਨੇ Q1 ਐਬਜ਼ੋਰਬ ਕੀਤੀ ਸੀਗੀ। ਅਕੋਰਡਿੰਗ ਟੂ ਕੰਜ਼ਰਵੇਸ਼ਨ ਆਫ ਐਨਰਜੀ Q1 ਉਹ 2 ਪਾਰਟ ਦੇ ਵਿੱਚ ਕਨਵਰਟ ਹੋ ਗਈ। ਇੱਕ ਤਾਂ ਵਰਕਿੰਗ ਸਬਸਟਾਂਸ ਨੇ ਯੂਜ਼ ਕੀਤੀ ਵਰਕ ਕਰਨ ਦੇ ਲਈ, ਦੂਸਰਾ ਉਹਨੇ ਜੋ ਹੀਟ ਬਚੀ ਸੀ ਉਹ ਸਿੰਕ ਨੂੰ ਰਿਜੈਕਟ ਕਰਤੀ, ਸਿੰਕ ਨੇ ਅਬਜ਼ੋਰਬ ਕਰ ਲਈ। ਵਰਕ ਡਨ ਜੋ ਹੋਊਗਾ ਆਪਣੇ ਕੋਲ ਉਹ ਇਕੁਅਲ ਹੋ ਗਿਆ Q1 ਮਾਈਨਸ Q2।
ਇਹ ਵਰਕ ਡਨ ਆ ਗਿਆ ਆਪਣੇ ਕੋਲ। Q1 ਆ ਜੋ ਉਹ ਕੀ ਆਪਣੇ ਕੋਲ ਹੀਟ ਅਬਜ਼ੋਰਬਡ ਬਾਏ ਵਰਕਿੰਗ ਸਬਸਟੈਂਸ। Q1 ਆ ਹੀਟ ਜੋ ਅਬਜ਼ੋਰਬ ਕੀਤੀ ਆ ਵਰਕਿੰਗ ਸਬਸਟੈਂਸ ਨੇ ਸੋਰਸ ਤੋਂ, ਤੇ ਜਿਹੜੀ Q2 ਆ ਉਹ ਕੀ ਆ ਹੀਟ ਰਿਜੈਕਟਡ ਟੂ ਸਿੰਕ। ਜੋ ਸਿੰਕ ਨੂੰ ਹੀਟ ਰਿਜੈਕਟ ਕੀਤੀ ਆ ਉਹਦੀ ਵੈਲਿਊ ਕੀ ਆ ਗਈ ਆਪਣੇ ਕੋਲ Q2। ਉਸ ਤੋਂ ਬਾਅਦ ਦੇਖੋ ਜਦੋਂ ਵਰਕਿੰਗ ਸਬਸਟੈਂਸ ਨੇ ਵਰਕ ਕਰ ਲਿਆ, ਇਹਦੀ ਜਿਹੜੀ ਇੰਟਰਨਲ એનર્ਜੀ ਆ ਪੂਰੇ ਸਾਈਕਲ ਦੇ ਵਿੱਚ, ਜੋ ਟੋਟਲ ਇੰਟਰਨਲ એનર્ਜੀ ਮਤਲਬ ਜੋ ਇੰਟਰਨਲ એનર્ਜੀ ਦੇ ਵਿੱਚ ਚੇਂਜ ਆਊਗੀ ਉਹ ਕੀ ਹੁੰਦੀ ਆ ਚੇਂਜ 0 ਹੁੰਦੀ ਆ। ਮਤਲਬ ਚੇਂਜ ਇਨ ਇੰਟਰਨਲ એનર્ਜੀ ਜੋ ਹੋਊਗੀ ਉਹ ਕੀ ਹੋਊਗੀ ਆਪਣੇ ਕੋਲ 0 ਹੁੰਦੀ ਆ, ਕਿਉਂਕਿ ਵਰਕਿੰਗ ਸਬਸਟੈਂਸ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਉਂਦਾ। ਜਿੰਨੀ ਉਹਨੂੰ ਹੀਟ ਵਰਕ ਦੇ ਲਈ ਚਾਹੀਦੀ ਆ ਉਹ ਉਨੀ ਹੀ ਹੀਟ ਯੂਜ਼ ਕਰਦਾ ਵਾ। ਇਸ ਕਰਕੇ ਜੋ ਉਹਦੀ ਇੰਟਰਨਲ એનર્ਜੀ ਆ ਉਹ ਕੀ ਹੋਊਗੀ ਆਪਣੇ ਕੋਲ ਚੇਂਜ ਉਹਦੇ 'ਚ 0। ਮਤਲਬ ਜਿੰਨੀ ਹੀਟ ਅਬਜ਼ੋਰਬ ਕਰਨ ਤੋਂ ਪਹਿਲਾਂ ਸੀਗੀ ਉਨੀ ਬਾਅਦ 'ਚ ਹੋਊਗੀ ਜਦੋਂ ਉਹਨੇ ਰਿਜੈਕਟ ਕੀਤੀ। ਉਸ ਤੋਂ ਬਾਅਦ ਆਪਾਂ ਅਪਲਾਈ ਕਰਦੇ ਹਾਂ ਥਰਮੋਡਾਇਨਾਮਿਕਸ ਦਾ ਫਸਟ ਲਾ। ਅਕੋਰਡਿੰਗ ਟੂ ਫਸਟ ਲਾ ਆਫ ਥਰਮੋਡਾਇਨਾਮਿਕਸ, ਇਸ ਦੇ ਵਿੱਚ ਕੀ ਸੀਗਾ ਥਰਮੋਡਾਇਨਾਮਿਕ ਦੇ ਫਸਟ ਲਾ ਦੇ ਵਿੱਚ ਕਿ ਜੋ ਟੋਟਲ ਹੀਟ ਐਬਜ਼ੋਰਬ ਕੀਤੀ ਆ ਉਹ ਦੋ ਪਾਰਟ 'ਚ ਡਿਵਾਈਡ ਹੁੰਦੀ ਆ, ਚੇਂਜ ਇਨ ਇੰਟਰਨਲ એનર્ਜੀ ਪਲੱਸ ਵਰਕ ਡਨ, ਕਿ ਉਸ ਸਿਸਟਮ ਨੇ ਕਿੰਨਾ ਵਰਕ ਕੀਤਾ। ਹੁਣ ਦੇਖੋ ਚੇਂਜ ਇਨ ਇੰਟਰਨਲ એનર્ਜੀ ਵਰਕਿੰਗ ਸਬਸਟੈਂਸ ਦੀ 0 ਆ, ਇਹਦਾ ਮਤਲਬ DQ ਇਕੁਅਲ ਟੂ DW। DQ ਕੀ ਆ ਚੇਂਜ ਇਨ ਇੰਟਰਨਲ એનર્ਜੀ, ਮਤਲਬ ਜੋ ਆਪਣਾ ਵਰਕ ਡਨ ਆ ਉਹ ਇਕੁਅਲ ਆ ਗਿਆ ਚੇਂਜ ਇਨ ਇੰਟਰਨਲ એનર્ਜੀ ਦੇ। ਤੇ ਉਸ ਤੋਂ ਬਾਅਦ ਹੁਣ ਆਪਾਂ ਇਹਦੀ ਐਫੀਸ਼ੀਐਂਸੀ ਫਾਈਂਡ ਕਰਨੀ ਆ। ਐਫੀਸ਼ੀਐਂਸੀ ਆਫ ਹੀਟ ਇੰਜਨ। ਹੀਟ ਇੰਜਨ ਦੀ ਜੋ ਐਫੀਸ਼ੀਐਂਸੀ ਹੁੰਦੀ ਆ, ਐਫੀਸ਼ੀਐਂਸੀ ਦਾ ਫਾਰਮੂਲਾ ਹੁੰਦਾ ਆਊਟਪੁੱਟ ਓਵਰ ਇਨਪੁੱਟ। ਹੁਣ ਦੇਖੋ ਆਊਟਪੁੱਟ ਆਪਣੇ ਕੋਲ ਕੀ ਆ, ਆਊਟਪੁੱਟ ਕੀ ਆ ਆਪਣੇ ਕੋਲ ਕਿ ਉਸ ਇੰਜਨ ਨੇ ਕਿੰਨਾ ਵਰਕ ਕੀਤਾ, ਠੀਕ ਆ, ਉਹ ਡਿਪੈਂਡ ਕਰਦਾ ਵਾ ਆਪਣੇ ਵਰਕ ਡਨ ਉੱਤੇ ਕਿੰਨਾ ਵਰਕ ਕੀਤਾ। ਇਨਪੁੱਟ ਦੇ ਵਿੱਚ ਆਪਣੇ ਕੋਲ ਕੀ ਆਊਗਾ ਜੋ ਹੀਟ ਉਹਨੇ ਇਸ ਸੋਰਸ ਤੋਂ ਅਬਜ਼ੋਰਬ ਕੀਤੀ ਸੀਗੀ, ਮਤਲਬ ਜੋ ਵਰਕ ਕਰਨ ਦੇ ਲਈ ਇਹਨੇ ਅਬਜ਼ੋਰਬ ਕੀਤੀ ਸੀਗੀ ਉਹ ਇਹਦੀ ਇਨਪੁੱਟ ਆ, ਤਾਂ ਜੋ ਇਹ ਵਰਕ ਪਰਫੋਰਮ ਕਰਦਾ ਪਿਆ ਉਹ ਇਹਦੀ ਆਊਟਪੁੱਟ ਆ। ਮਤਲਬ ਆਪਣੇ ਕੋਲ ਕੀ ਹੋ ਗਿਆ ਆਊਟਪੁੱਟ ਦੇ ਵਿੱਚ ਜੋ ਵਰਕਡ ਕੀਤਾ ਉਹਨੇ ਵਰਕ ਡਨ ਬਾਏ ਇੰਜਨ ਓਵਰ ਹੀਟ ਅਬਜ਼ੋਰਬਡ, ਕਿੰਨੀ ਹੀਟ ਅਬਜ਼ੋਰਬ ਕੀਤੀ ਉਹਨੇ। ਵਰਕ ਡਨ ਕੀ ਕੀਤਾ ਸੀ ਆਪਾਂ, ਵਰਕ ਡਨ ਕੈਲਕੂਲੇਟ ਕੀਤਾ ਹੋਇਆ W ਬਾਏ ਹੀਟ ਅਬਜ਼ੋਰਬ ਕਿੰਨੀ ਸੀਗੀ, ਦੇਖੋ ਕਿੰਨੀ ਅਬਜ਼ੋਰਬ ਕੀਤੀ ਉਹਨੇ ਹੀਟ Q1 ਡਿਵਾਈਡ ਬਾਏ Q1। W ਦੀ ਵੈਲਿਊ ਕਿੰਨੀ ਸੀਗੀ ਆਪਾਂ ਕੈਲਕੂਲੇਟ ਕਰ ਲਈ ਸੀ ਕਿ W ਇਕੁਅਲ ਟੂ Q1 ਮਾਈਨਸ Q2, ਜੋ ਵਰਕ ਸੀਗਾ ਆਪਣੇ ਕੋਲ Q1 ਮਾਈਨਸ Q2 ਓਵਰ Q1। ਇਹ ਆਪਣੇ ਕੋਲ ਐਫੀਸ਼ੀਐਂਸੀ ਆ, ਇਸ ਨੂੰ ਆਪਾਂ ਇਸ ਤਰ੍ਹਾਂ ਲਿਖ ਸਕਦੇ ਹਾਂ 1 ਮਾਈਨਸ Q2 ਬਾਏ Q1। ਇਹ ਐਫੀਸ਼ੀਐਂਸੀ ਆ ਹੀਟ ਇੰਜਨ ਦੀ। ਇਸੇ ਤਰ੍ਹਾਂ ਆਪਾਂ ਇਹ ਵੀ ਪ੍ਰੂਫ ਕਰ ਸਕਦੇ ਹਾਂ ਕਿ ਜਿਹੜਾ Q2 ਬਾਏ Q1 ਆ ਉਹ ਇਕੁਅਲ ਆ T2 ਮਾਈਨਸ T1 ਦੇ ਵਿੱਚ। ਠੀਕ, ਮਤਲਬ ਇਸ ਇਕੁਏਸ਼ਨ ਨੂੰ ਆਪਾਂ ਇਸ ਤਰ੍ਹਾਂ ਵੀ ਰਾਈਟ ਕਰ ਸਕਦੇ ਹਾਂ 1 ਮਾਈਨਸ T2 ਮਾਈਨਸ T1। ਕਾ ਜਿਹੜੀ ਹੀਟ ਆ ਉਹ ਟੈਂਪਰੇਚਰ ਦੇ ਉੱਤੇ ਵੀ ਡਿਪੈਂਡ ਕਰਦੀ ਆ। ਇਹ ਸੀਗੀ ਆਪਣੇ ਕੋਲ ਐਫੀਸ਼ੀਐਂਸੀ ਆਫ ਹੀਟ ਇੰਜਨ। ਇਹ ਐਫੀਸ਼ੀਐਂਸੀ 1 ਕਦੋਂ ਹੋਊਗੀ ਜੇ ਆਪਣੇ ਕੋਲ ਹੀਟ ਅਬਜ਼ੋਰਬ ਇਕੁਅਲ ਹੋਊਗੀ ਹੀਟ ਰਿਜੈਕਟਡ ਦੇ, ਉਸ ਵੇਲੇ ਐਫੀਸ਼ੀਐਂਸੀ ਕੀ ਹੋ ਜੂਗੀ ਆਪਣੇ ਕੋਲ ਕਾਰਨੋਟ ਸਾਈਕਲ ਦੀ ਹੀਟ ਇੰਜਨ ਦੀ 0 ਹੋ ਜਾਂਦੀ ਆ ਜੇ ਦੋਵੇਂ ਹੀਟ ਕੀ ਹੋ ਜਾਣਗੀਆਂ ਸੇਮ ਹੋ ਜਾਣਗੀਆਂ। ਅਗਰ ਆਪਣੇ ਕੋਲ ਇਸ ਹੀਟ ਅਬਜ਼ੋਰਬ ਦੀ ਵੈਲਿਊ ਇਨਫਾਈਨਾਈਟ ਹੋ ਜਾਂਦੀ ਆ, ਮਤਲਬ ਜਿਹੜੀ Q1 ਆ ਜਿਹੜੀ ਉਹਨੇ ਹੀਟ ਅਬਜ਼ੋਰਬ ਕੀਤੀ ਆ ਉਹ ਇਨਫਾਈਨਾਈਟ ਆ,
तो फिर अपने कोल जिहड़ी एफिशिएंसी आ वो 1 या आपां नूं कह सकते हैं वो एफिशिएंसी इंजन की 100% होगी, क्योंकि Q2 बाय इनफिनिटी बन जूगा अपने कोल 0। नैक्सट अपने कोल टाइप्स ऑफ हीट इंजन दो तरह के होंगे आ, एक्सटर्नल कंबंशन इंजन, इंटरनल कंबंशन इंजन। हुण देखो एक्सटर्नल कंबंशन की हुंदा वा कि जिहदे च हीट प्रोड्यूस करते हैं आपां फ्यूल नूं बर्न करन तो बाद, पर वो फ्यूल जिहड़ा बर्न होऊगा वो चैंबर तो आउटसाइड हुंदा वा। ठीक है, जिवें आपां एग्जाम्पल ला लईए स्टीम इंजन की। स्टीम इंजन दे विच की हुंदा वा कि जिहड़ा फ्यूल बर्न हुंदा वा ओह चैंबर तो आउटसाइड हुंदा वा, जिहदे तो आपां हीट प्रोड्यूस करनी हुंदी आ। स्टीम इंजन की जिहड़ी एफिशिएंसी आ वो 12% तो 16% दे विच वेरी करदी है। नैक्सट अपने कोल आ जांदा इंटरनल कंबंशन इंजन। इंटरनल कंबंशन इंजन दे विच की हुंदा कि जिहड़ी हीट आपां प्रोड्यूस करनी आ वो आपां फ्यूल नूं बर्न करना इंजन की बॉडी दे इनसाइड, मतलब इंजन दे अंदर बर्न हुंदा फ्यूल, उस नूं आपां कह दिंदे आ इंटरनल कंबंशन इंजन। ਇਹਦੀ एग्जाम्पल की है, देखो पेट्रोल तो डीजल इंजन आ वो सारे इंटरनल कंबंशन इंजन आ। इस दी जिहड़ी एफिशिएंसी है पेट्रोल इंजन की 26% होंदी आ ते डीजल इंजन की जो एफिशिएंसी आ वो 40% होंदी है। नैक्सट आपां इहदे नुमैरिकल करांगे कुछ सिंपल आ नुमैरिकल फॉर्मूला यूज़ करना। फाइंड द एफिशिएंसी ऑफ कारनोट इंजन वर्किंग बिटवीन 127 डिग्री सैल्सीयस एंड 27 डिग्री सैल्सीयस। हुण जिहड़ा हाई टैंपरेचर वो किहदा सीगा सोर्स का, लो टैंपरेचर किहदा सीगा सिंक का। T1 आ जो वो सोर्स का टैंपरेचर आ 127 डिग्री सैल्सीयस। इस नूं आपां कैलविन च चेंज करना हुंदा। कैलविन च चेंज करन दे लई आपां प्लस कर दांगे 273, ये अपने कोल बन जूगा 400 कैलविन। T2 की जो वैल्यू आ 27 डिग्री सैल्सीयस आ, इस दे विच आपां प्लस कर दांगे 273, ये अपने कोल बन जूगा 300 कैलविन। फॉर्मूला की सी एफिशिएंसी का, एफिशिएंसी इक्वल टू 1 माइनस T2 बाय T1। इस जे वैल्यू पुट कर देंगे 1 माइनस T2 कितना अपने को 300, T1 400, एलसीएम आ गया अपने को 400, 400 माइनस 300 इक्वल टू 100 बाय 400, कैंसल 1 बाय 4, 1 बाय 4 इक्वल टू इसकी जो एफिशिएंसी आ जाएगी अपने को 0.25, या आप कह सकते हैं एफिशिएंसी इक्वल टू 25%। नैक्सट जो नुमैरिकल अपना अ कारनोट इंजन ऑपरेट बिटवीन 500 कैलविन एंड 400 कैलविन, इट ऑब्जॉर्व 6 × 10⁵ कैलरी हीट एट द हायर टैंपरेचर, हाउ मच वर्क पर साइकिल कैन द इंजन परफॉर्म। ਆਪਾਂ ਨੂੰ गिवन आ दोवें टैंपरेचर तो किन्नी हीट उन्हें अबजॉर्व की वो गिवन आ, सिर्फ आप दसना वा कि उन्हें कितना वर्क परफॉर्म किया। सारिਆਂ नालों पहला ਆਪਾਂ फाइंड करांगे इसकी एफिशिएंसी। T1 की वैल्यू 500 कैलविन, T2 की वैल्यू 400 कैलविन। एफिशिएंसी का फॉर्मूला अप्लाई कर दो 1 माइनस T2 बाय T1, 1 माइनस T2 कितना 400 बाय 500, 0 नाल 0 कैंसल, एलसीएम अपने को आ गया 5, 5 माइनस 4, 1 बाय 5, ਇਹਦੀ एफिशिएंसी आ गई। उस तो बाद ਆਪਾਂ ਹੁਣੇ ਕੀਤਾ कि जो अपने ਕੋਲ एफिशिएंसी आ वो आउटपुट ओवर इनपुट ਹੁੰਦੀ ਆ। आउटपुट की आ जो उन्हें वर्क परफॉर्म किया, इनपुट की ਹੁੰਦਾ ਵਾ जो उसने हीट अबजॉर्व की आ सोर्स तो Q1। Q1 की वैल्यू गिवन अपने को ये गिवन आपां नूं 6 × 10⁵ कैलरी। इस च पुट कर देंगे एफिशिएंसी 1/5 कैलकुलेट कर ली आपां। वर्क कैलकुलेट करना Q1 इक्वल टू 6 × 10⁵, वर्क डन इक्वल टू 6 × 10⁵ डिवाइड बाय 5। इसनों आप लिख सकते हैं 60 × 10⁴/5, वर्क डन इक्वल टू
12 इंटू 10⁴ कैलरी। अगर इसनूं जाउल 'ਚ कन्वर्ट करना वा कैलरी नूं ਤਾਂ ਆਪਾਂ ਨੂੰ ਇਸ ਨੂੰ ਮਲਟੀਪਲਾਈ ਕਰਨਾ ਪੈਣਾ ਵਾ 4.18 ਦੇ ਨਾਲ, ਕਿਉਂਕਿ 1 ਕੈਲਰੀ 'ਚ 4.18 ਜਾਊਲ ਹੁੰਦੇ ਆ ਇੰਟੂ 10⁴ ਜਾਊਲ। ਮਲਟੀਪਲਾਈ ਕਰਨ ਤੋਂ ਬਾਅਦ ਆਪਣੇ ਕੋਲ ਜੋ ਆਨਸਰ ਆਊਗਾ 5.024 ਅਪਰੋਕਸੀਮੇਟਲੀ ਇੰਟੂ 10⁴ ਜਾਊਲ। ਇਹ ਆਪਣੇ ਕੋਲ ਆ ਗਿਆ ਟੋਟਲ ਵਰਕ ਡਨ ਜੋ ਆਪਾਂ ਕੈਲਕੂਲੇਟ ਕਰਨਾ ਸੀ। ਨੈਕਸਟ ਜੋ ਆਪਣਾ ਟੌਪਿਕ ਆ ਉਸ ਟੌਪਿਕ ਦੇ ਵਿੱਚ ਹੁਣ ਆਪਾਂ ਡਿਸਕਸ ਕਰਾਂਗੇ ਰੈਫਰੀਜਰੇਟਰ, ਜਾਂ ਉਸ ਨੂੰ ਆਪਾਂ ਹੀਟ ਪੰਪ ਵੀ ਕਹਿ ਦਿੰਦੇ ਹਾਂ। ਹੁਣ ਦੇਖੋ ਰੈਫਰੀਜਰੇਟਰ ਕੀ ਹੁੰਦਾ ਵਾ। ਰੈਫਰੀਜਰੇਟਰ ਸਿੰਪਲ ਕੀ ਇੱਕ ਰੈਫਰੀਜਰੇਸ਼ਨ ਕੀ ਹੁੰਦੀ ਪਹਿਲਾਂ ਆਪਾਂ ਡਿਸਕਸ ਕਰਾਂਗੇ ਕਿ ਪ੍ਰੋਸੈਸ ਆਫ ਰਿਮੂਵਿੰਗ ਹੀਟ ਫਰੋਮ ਕੋਲਡਰ ਬੋਡੀਜ਼ ਦੈਨ ਦੇਅਰ ਸਰਾਊਂਡਿੰਗਸ ਇਜ਼ ਕਾਲਡ ਰੈਫਰੀਜਰੇਸ਼ਨ ਐਂਡ ਦ ਡਿਵਾਈਸ ਡੂਇੰਗ ਸੋ ਇਜ਼ ਕਾਲਡ ਰੈਫਰੀਜਰੇਟਰ। ਮਤਲਬ ਆਪਾਂ ਸਿੰਪਲ ਕੀ ਕਰਨਾ, ਆਪਾਂ ਹੀਟ ਹੁਣ ਰਿਮੂਵ ਕਰਨੀ ਆ ਹੌਟ ਬੋਡੀ ਤੋਂ ਨਹੀਂ ਕਰਨੀ, ਹੁਣ ਆਪਾਂ ਉਹਦੇ ਤੋਂ ਉਲਟ ਕੋਲਡ ਬੋਡੀ ਤੋਂ ਹੀਟ ਰਿਮੂਵ ਕਰਨੀ ਆ। ਜਦੋਂ ਆਪਾਂ ਕੋਲਡ ਬੋਡੀ ਤੋਂ ਹੀਟ ਰਿਮੂਵ ਕਰਦੇ ਹਾਂ, ਠੀਕ ਆ, ਉਸ ਵੇਲੇ ਉਸ ਪ੍ਰੋਸੈਸ ਨੂੰ ਆਪਾਂ ਕਹਿ ਦਿੰਦੇ ਹਾਂ ਰੈਫਰੀਜਰੇਸ਼ਨ। ਅਤੇ ਜਿਹੜੀ ਡਿਵਾਈਸ ਆਪਾਂ ਯੂਜ਼ ਕਰਾਂਗੇ ਹੀਟ ਰਿਮੂਵ ਕਰਨ ਦੇ ਲਈ ਕੋਲਡਰ ਬੋਡੀ ਤੋਂ, ਉਸ ਦੇ ਲਈ ਆਪਾਂ ਉਸ ਡਿਵਾਈਸ ਨੂੰ ਕਹਿੰਦੇ ਹਾਂ ਰੈਫਰੀਜਰੇਟਰ। ਹੁਣ ਦੇਖੋ ਅਗਰ ਆਪਾਂ ਹੀਟ ਰਿਮੂਵ ਕਰਨੀ ਆ ਕਿਸੇ ਕੋਲਡ ਬੋਡੀ ਤੋਂ ਲੋ ਟੈਂਪਰੇਚਰ ਦੇ ਉੱਤੇ, ਜੇ ਆਪਾਂ ਕਿਸੇ ਤੋਂ ਹੀਟ ਰਿਮੂਵ ਕਰਦੇ ਹਾਂ ਤਾਂ ਕੀ ਹੋਊਗਾ, ਉਹਦੇ ਲਈ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਕਿਸੇ ਐਕਸਟਰਨਲ ਸੋਰਸ ਦੀ। ਮਤਲਬ ਵਿਦਾਊਟ ਐਕਸਟਰਨਲ ਸੋਰਸ ਜਾਂ ਵਿਦਾਊਟ ਐਕਸਟਰਨਲ ਵਰਕ ਆਪਾਂ ਕੋਲਡ ਬੋਡੀ ਤੋਂ ਹੀਟ ਰਿਮੂਵ ਨਹੀਂ ਕਰ ਸਕਦੇ। ਅਤੇ ਜਿਹੜੀ ਉਹਨੇ ਹੀਟ ਰਿਜੈਕਟ ਕਰਨੀ ਆ ਬਾਅਦ ਦੇ ਵਿੱਚ, ਉਸ ਹੀਟ ਦਾ ਟੈਂਪਰੇਚਰ ਆ ਜਿਹੜਾ ਉਹ ਜ਼ਿਆਦਾ ਹੁੰਦਾ ਵਾ ਜਿੰਨੀ ਉਹਨੇ ਹੀਟ ਐਬਜ਼ੋਰਬ ਕੀਤੀ ਆ ਕੋਲਡਰ ਬੋਡੀ ਤੋਂ। ਉਸ ਤੋਂ ਬਾਅਦ ਰੈਫਰੀਜਰੇਟਰ ਆ ਜਿਹੜਾ ਉਹ ਕੀ ਆ, ਹੀਟ ਇੰਜਨ ਆ ਇੱਕ ਤਰ੍ਹਾਂ ਦਾ, ਪਰ ਜਿਹੜਾ ਉਹ ਵਰਕ ਕਰਦਾ ਬੈਕਵਰਡ 'ਚ ਡਾਇਰੈਕਸ਼ਨ 'ਚ, ਕਿਉਂਕਿ ਆਪਾਂ ਉਹਦੇ 'ਚ ਕੀ ਕੀਤਾ ਸੀ, ਜਿਹੜਾ ਹੀਟ ਇੰਜਨ ਆ ਹੌਟ ਬੋਡੀ ਤੋਂ ਹੀਟ ਰਿਮੂਵ ਕੀਤੀ ਸੀ, ਇਸ ਨੇ ਕੀ ਕਰਨਾ ਵਾ ਕੋਲਡ ਬੋਡੀ ਤੋਂ ਹੀਟ ਰਿਮੂਵ ਕਰਨੀ ਆ। ਅਤੇ ਸਿੰਕ ਦੇ ਵਿੱਚ ਜਿਹੜੀ ਹੀਟ ਇਹਨੇ ਰਿਜੈਕਟ ਕਰਨੀ ਆ ਸੋਰਸ ਦੇ ਵਿੱਚ ਉਹ ਹਾਈ ਹੋਊਗੀ। ਇਸ ਕਰਕੇ ਆਪਾਂ ਕਹਿ ਦਿੰਦੇ ਹਾਂ ਜੇ ਹੀਟ ਇੰਜਨ ਬੈਕਵਰਡ ਡਾਇਰੈਕਸ਼ਨ ਦੇ ਵਿੱਚ ਕੰਮ ਕਰਦਾ ਉਹ ਕੀ ਹੋਊਗਾ, ਰੈਫਰੀਜਰੇਟਰ। ਇਸ ਕਰਕੇ ਇਹਨੂੰ ਆਪਾਂ ਹੀਟ ਪੰਪ ਵੀ ਕਹਿ ਦਿੰਦੇ ਹਾਂ, ਕਿਉਂਕਿ ਇਹ ਕੋਲਡਰ ਬੋਡੀ ਤੋਂ ਹੀਟ ਲੈ ਕੇ ਬਾਹਰ ਪੰਪ ਕਰਦਾ। ਹੁਣ ਇਹਦੇ 'ਚ ਜਿਹੜੇ ਵਰਕਿੰਗ ਸਬਸਟਾਂਸ ਆਪਾਂ ਯੂਜ਼ ਕਰਦੇ ਹਾਂ ਉਹ ਵਰਕਿੰਗ ਸਬਸਟਾਂਸ ਨੂੰ ਆਪਾਂ ਰੈਫਰੀਜਰੈਂਟ ਕਹਿੰਦੇ ਹਾਂ। ਉਹ ਕੰਪਰੈਸ਼ਰ ਦੇ ਵਿੱਚ ਜੋ ਵੀ ਗੈਸ ਫਿਲ ਹੁੰਦੀ ਆ, ਜਿਵੇਂ ਅਮੋਨੀਆ ਹੋ ਗਈ, ਫ੍ਰੀ ਔਨ ਹੋ ਗਈ, ਉਹ ਇਹਦੇ ਵਿੱਚ ਵਰਕਿੰਗ ਸਬਸਟਾਂਸ ਦਾ ਕੰਮ ਕਰਦੇ ਆ, ਐਕਸਟਰਨਲ ਵਰਕ ਡਨ ਦਾ ਕੰਮ ਕਰਦੇ ਆ। ਹੁਣ ਇਸ ਦੇ ਵਿੱਚ ਦੇਖੋ ਕੀ ਹੋਊਗਾ, ਆਪਣੇ ਕੋਲ ਹੌਟ ਬੋਡੀ ਉਹ ਉਸੇ ਤਰ੍ਹਾਂ ਆਪਣੇ ਕੋਲ ਉਹਦਾ ਟੈਂਪਰੇਚਰ ਹਾਈ ਰਹੂਗਾ, ਕੋਲਡ ਬੋਡੀ ਦਾ ਟੈਂਪਰੇਚਰ ਲੋ ਟੈਂਪਰੇਚਰ 'ਚ ਮੇਨਟੇਨ ਹੁੰਦੀ ਆ। ਅਤੇ ਰੈਫਰੀਜਰੇਟਰ, ਠੀਕ ਹੈ, ਰੈਫਰੀਜਰੇਟਰ ਦੇ ਵਿੱਚ ਜਿਹੜਾ ਇਹਦਾ ਕੰਮ ਹੋਊਗਾ ਉਹਦੇ 'ਚ ਜੋ ਵਰਕਿੰਗ ਸਬਸਟਾਂਸ ਆਪਾਂ ਯੂਜ਼ ਕਰਨੇ ਆ, ਜਿਵੇਂ ਕੰਪਰੈਸ਼ਰ ਦੇ ਵਿੱਚ ਆਪਾਂ ਅਮੋਨੀਆ ਜਾਂ ਫ੍ਰੀ ਔਨ ਗੈਸ ਜੋ ਫਿਲ ਕੀਤੀ ਹੁੰਦੀ ਆ ਉਹ ਐਕਸਟਰਨਲ ਵਰਕ ਡਨ ਕਰਦੀਆਂ। ਹੁਣ ਦੇਖੋ ਆਪਾਂ ਹੀਟ ਐਬਜ਼ੋਰਬ ਕਰ ਲਈ ਕੋਲਡ ਬੋਡੀ ਤੋਂ, ਅਤੇ ਹੀਟ ਅਬਜ਼ੋਰਬ ਕਰਨ ਦੇ ਲਈ ਆਪਾਂ ਨੂੰ ਕੀ ਕਰਨਾ ਪਿਆ, ਕੋਲਡ ਬੋਡੀ ਤੋਂ ਵਰਕਿੰਗ ਸਬਸਟਾਂਸ ਦੇ ਉੱਤੇ ਵਰਕ ਕਰਨਾ ਪਿਆ, ਠੀਕ ਹੈ, ਰੈਫਰੀਜਰੇਟਰ ਦੇ ਉੱਤੇ ਵਰਕ ਕਰਨਾ ਪਿਆ ਜੇ ਆਪਾਂ ਇਸ ਕੋਲਡਰ ਬੋਡੀ ਤੋਂ ਹੀਟ ਰਿਮੂਵ ਕਰਨੀ ਆ। ਮਤਲਬ ਰੈਫਰੀਜਰੇਟਰ ਦੇ ਵਿੱਚ ਜੋ ਵੀ ਆਪਾਂ ਸਮਾਨ ਰੱਖਦੇ ਹਾਂ ਉਹਨਾਂ ਦੇ ਵਿੱਚੋਂ ਆਪਾਂ ਮੇਨ ਹੀਟ ਅਬਜ਼ੋਰਬ ਕਰਨੀ ਹੁੰਦੀ ਆ। ਜਦੋਂ ਆਪਾਂ ਉਹਨਾਂ 'ਚੋਂ ਹੀਟ ਅਬਜ਼ੋਰਬ ਕਰਨੀ ਆ, ਆਪਾਂ ਨੂੰ ਐਕਸਟਰਨਲ ਵਰਕ ਕੀਤਾ ਅਤੇ ਉਸ ਰੈਫਰੀਜਰੇਟਰ ਨੇ ਕੀ ਕਰਨਾ, ਉਹ ਹੀਟ ਬਾਹਰ ਪੰਪ ਕਰ ਦੇਣੀ ਹੁੰਦੀ ਆ। ਹੁਣ ਇਸ ਦੇ ਵਿੱਚ ਕੀ ਹੁੰਦਾ ਵਾ, ਆਪਣੇ ਕੋਲ ਜੇ ਉਸੇ ਤਰ੍ਹਾਂ ਆਪਾਂ ਕੰਜ਼ਰਵੇਸ਼ਨ ਆਫ ਐਨਰਜੀ ਦਾ ਲਾਅ ਲਾਉਂਦੇ ਹਾਂ, ਅਕੋਰਡਿੰਗ ਟੂ ਕੰਜ਼ਰਵੇਸ਼ਨ ਆਫ ਐਨਰਜੀ, ਕੰਜ਼ਰਵੇਸ਼ਨ ਆਫ ਐਨਰਜੀ ਦੇ ਅਕੋਰਡਿੰਗ ਹੀ ਆ। ਦੇਖੋ Q1 ਅਗਰ ਇਹ ਹੀਟ Q2 ਇਹਨੇ ਇਸ ਤੋਂ ਅਬਜ਼ੋਰਬ ਕੀਤੀ ਅਤੇ Q1 ਇਹਨੂੰ ਰਿਜੈਕਟ ਕੀਤੀ, ਟੋਟਲ ਜਿਹੜੀ ਹੀਟ ਆ ਆਪਣੇ ਕੋਲ ਉਹ Q1 ਇਕੁਅਲ ਟੂ ਇਹਨਾਂ ਦੋਵਾਂ ਦੇ ਸਮ ਦੇ ਇਕੁਅਲ Q2 ਪਲੱਸ ਵਰਕ ਡਨ, ਕਿਉਂਕਿ ਆਪਾਂ ਨੂੰ ਹੀਟ ਅਬਜ਼ੋਰਬ ਕਰਨ ਦੇ ਲਈ ਇਸ ਕੋਲਡ ਬੋਡੀ ਤੋਂ ਉਹਦੇ ਉੱਤੇ ਵਰਕ ਡਨ ਕਰਨਾ ਪਿਆ। ਉਸ ਤੋਂ ਬਾਅਦ ਜਿਹੜੀ ਟੋਟਲ ਹੀਟ ਉਹਨੇ ਬਾਹਰ ਪੰਪ ਕੀਤੀ ਉਹ ਕਿੰਨੀ ਆ, Q1। ਇਹਦਾ ਮਤਲਬ ਵਰਕ ਡਨ ਇਕੁਅਲ ਟੂ ਕਿੰਨਾ ਬਣ ਗਿਆ, Q1 ਮਾਈਨਸ
Q2। ਇਸ ਦੇ ਵਿੱਚ ਆਪਾਂ ਗੱਲ ਕਰਦੇ ਹੁੰਦੇ ਆ ਕੋਫੀਸ਼ੀਐਂਟ ਆਫ ਪਰਫਾਰਮੈਂਸ ਦੀ। ਕੋਫੀਸ਼ੀਐਂਟ ਆਫ ਪਰਫਾਰਮੈਂਸ, ਕੋਫੀਸ਼ੀਐਂਟ ਆਫ ਪਰਫਾਰਮੈਂਸ ਉਸੇ ਤਰ੍ਹਾਂ ਉਹਦੇ 'ਚ ਐਫੀਸ਼ੀਐਂਸੀ ਦੱਸਦਾ ਸੀ ਆਪਾਂ ਨੂੰ ਈਟਾ, ਇਹਦੇ 'ਚ ਆਪਾਂ ਨੂੰ ਐਫੀਸ਼ੀਐਂਸੀ ਦੱਸਦਾ ਇਹ ਕੋਫੀਸ਼ੀਐਂਟ ਆਫ ਪਰਫਾਰਮੈਂਸ। ਇਹ ਬਣ ਜੂ ਆਊਟਪੁੱਟ ਉਸੇ ਤਰ੍ਹਾਂ ਓਵਰ ਇਨਪੁੱਟ। ਹੁਣ ਦੇਖੋ ਆਊਟਪੁੱਟ ਆਪਣੇ ਕੋਲ ਕੀ ਆ, ਜੋ ਉਹਨੇ ਹੀਟ ਰਿਜੈਕਟ ਕੀਤੀ ਆ, ਤੇ ਇਨਪੁੱਟ ਕੀ ਆ, ਜੋ ਆਪਾਂ ਇਹਦੇ ਉੱਤੇ ਵਰਕ ਕੀਤਾ ਵਾ। ਹੀਟ ਰਿਜੈਕਟ ਆਊਟਪੁੱਟ ਦੇਖੋ ਕੀ ਆ, ਆਪਾਂ ਦੇਖਣਾ ਵਾ ਕਿ ਇਸ ਨੇ ਰੈਫਰੀਜਰੇਟਰ ਨੂੰ ਅੰਦਰੋਂ ਕਿੰਨਾ ਕੂਲ ਕੀਤਾ ਵਾ, ਮਤਲਬ ਕਿੰਨੀ ਹੀਟ ਉਹਨੇ ਅਬਜ਼ੋਰਬ ਕੀਤੀ ਆ, ਉਹ ਇਹਦੀ ਆਊਟਪੁੱਟ ਹੋਊਗੀ Q2। ਇਨਪੁੱਟ ਕੀ ਆ, ਜੋ ਉਸਨੇ ਵਰਕ ਕੀਤਾ ਵਾ, ਠੀਕ ਹੈ, ਜੋ ਆਪਾਂ ਉਸ ਕੰਪਰੈਸ਼ਰ ਨੇ ਵਰਕ ਕੀਤਾ ਜਾਂ ਰੈਫਰੀਜਰੇਟਰ ਦੇ ਉੱਤੇ ਆਪਾਂ ਵਰਕ ਕੀਤਾ, ਉਸ ਹੀਟ ਨੂੰ ਅਬਜ਼ੋਰਬ ਕਰਾਉਣ ਦੇ ਲਈ ਉਹ ਆਪਣੀ ਇਨਪੁੱਟ ਆ W। ਬੀਟਾ ਇਕੁਅਲ ਟੂ Q2, W ਦੀ ਵੈਲਿਊ ਪੁੱਟ ਕਰਾਂਗੇ Q1 ਮਾਈਨਸ Q2। ਇਸੇ ਤਰ੍ਹਾਂ ਆਪਾਂ ਇਸ ਨੂੰ ਵੀ ਟੈਂਪਰੇਚਰ ਦੇ ਵਿੱਚ ਕਨਵਰਟ ਕਰ ਸਕਦੇ ਹਾਂ, ਕਿਉਂਕਿ Q2 ਬਾਏ Q1 ਕੀ ਸੀਗਾ, T2 ਬਾਏ T1। ਇਸ ਨੂੰ ਆਪਾਂ ਇਸ ਤਰ੍ਹਾਂ ਵੀ ਰਾਈਟ ਕਰ ਸਕਦੇ ਹਾਂ T2 ਓਵਰ T1 ਮਾਈਨਸ T2। ਇਹ ਆਪਣੇ ਕੋਲ ਕੋਫੀਸ਼ੀਐਂਟ ਆਫ ਪਰਫਾਰਮੈਂਸ ਆ। ਹੁਣ ਦੇਖੋ ਕੋਫੀਸ਼ੀਐਂਟ ਆਫ ਪਰਫਾਰਮੈਂਸ ਓਨਾ ਜ਼ਿਆਦਾ ਹੋਊਗਾ ਜਿੰਨਾ ਘੱਟ ਆਹ ਵਾਲਾ ਟੈਂਪਰੇਚਰ ਡਿਫਰੈਂਸ ਹੋਊਗਾ, ਮਤਲਬ ਬੋਡੀ ਦੇ ਇਨਸਾਈਡ ਅਤੇ ਆਊਟਸਾਈਡ ਸਰਾਊਂਡਿੰਗ ਦੇ ਵਿੱਚ ਜਿੰਨਾ ਟੈਂਪਰੇਚਰ ਆ, ਉਹ ਡਿਫਰੈਂਸ ਜਿੰਨਾ ਘੱਟ ਹੋਊਗਾ ਕੋਫੀਸ਼ੀਐਂਟ ਆਫ ਪਰਫਾਰਮੈਂਸ ਓਨਾ ਹੀ ਜ਼ਿਆਦਾ ਹੋਊਗਾ। ਹੁਣ ਆਪਾਂ ਇਹਦੇ ਨਾਲ ਦਾ ਨੂਮੈਰੀਕਲ ਕਰਦੇ ਹਾਂ ਇੱਕ। ਦੇਖੋ ਕੀ ਆ ਨੂਮੈਰੀਕਲ ਫਾਰਮੂਲਾ ਆਪਾਂ ਯੂਜ਼ ਕਰਨਾ ਜੋ ਹੁਣੇ ਡਰਾਈਵ ਕੀਤਾ ਆਪਾਂ। ਇਹਦੇ 'ਚ ਗਿਵਨ ਆਪਾਂ ਨੂੰ ਇਫ ਦਾ ਕੋਫੀਸ਼ੀਐਂਟ ਆਫ ਪਰਫਾਰਮੈਂਸ ਆਫ ਏ ਰੈਫਰੀਜਰੇਟਰ ਇਜ਼ 5, ਕੋਫੀਸ਼ੀਐਂਟ ਆਫ ਪਰਫਾਰਮੈਂਸ ਦੀ ਵੈਲਿਊ ਗਿਵਨ ਆ 5 ਤੇ ਆਪਰੇਟਡ ਐਟ ਰੂਮ ਟੈਂਪਰੇਚਰ 27 ਡਿਗਰੀ ਸੈਲਸੀਅਸ। ਇਸ ਨੂੰ ਰੂਮ ਟੈਂਪਰੇਚਰ ਦੇ ਉੱਤੇ ਆਪਾਂ ਆਪਰੇਟ ਕਰਦੇ ਪਏ ਆ ਰੈਫਰੀਜਰੇਟਰ ਨੂੰ, ਤੇ ਫਾਈਂਡ ਦਾ ਟੈਂਪਰੇਚਰ ਇਨਸਾਈਡ ਦਾ ਰੈਫਰੀਜਰੇਟਰ। ਆਪਾਂ ਫਾਈਂਡ ਕਰਨਾ ਰੈਫਰੀਜਰੇਟਰ ਦੇ ਅੰਦਰ ਟੈਂਪਰੇਚਰ ਕਿੰਨਾ, ਮਤਲਬ ਆਪਾਂ ਫਾਈਂਡ ਕਰਨੀ ਆ T2 ਦੀ ਵੈਲਿਊ। T2 ਦੀ ਵੈਲਿਊ ਫਾਈਂਡ ਕਰਨੀ ਆ ਆਪਾਂ, ਤੇ T1 ਗਿਵਨ ਆ 27 ਡਿਗਰੀ ਸੈਲਸੀਅਸ। ਇਸ ਨੂੰ ਅਗਰ ਕੈਲਵਿਨ 'ਚ ਚੇਂਜ ਕਰਦੇ ਆ, ਇਹ ਬਣ ਜਾਊਗਾ ਆਪਣੇ ਕੋਲ 27 ਪਲੱਸ 273, ਇਹ ਬਣ ਜਾਊਗਾ ਆਪਣੇ ਕੋਲ 300 ਕੈਲਵਿਨ 'ਚ ਚੇਂਜ ਹੋ ਗਿਆ। ਫਾਰਮੂਲਾ ਸੀਗਾ ਆਪਣੇ ਕੋਲ ਬੀਟਾ ਇਕੁਅਲ ਟੂ T2 ਓਵਰ T1 ਮਾਈਨਸ T2। ਇਹਦੀ ਵੈਲਿਊ 5 ਗਿਵਨ ਆਪਾਂ ਨੂੰ 5, T2 ਦੀ ਵੈਲਿਊ ਫਾਈਂਡ ਕਰਨੀ ਆ ਆਪਾਂ, ਤੇ ਉਸ ਤੋਂ ਬਾਅਦ T1 ਕਿੰਨਾ ਆਪਣੇ ਕੋਲ 300 ਮਾਈਨਸ T2 ਕੈਲਕੂਲੇਟ ਕਰਨਾ ਆਪਾਂ। ਕ੍ਰੋਸ ਮਲਟੀਪਲਾਈ ਕਰਾਂਗੇ ਆਪਾਂ 5 ਇੰਟੂ 300 ਮਾਈਨਸ T2 ਇਕੁਅਲ ਟੂ T2। 1500 ਮਾਈਨਸ 5T2 ਇਕੁਅਲ ਟੂ T2, ਤੇ ਇਹ ਬਣ ਜਾਊਗਾ ਆਪਣੇ ਕੋਲ 1500 ਇਕੁਅਲ ਟੂ 6T2। T2 ਦੀ ਜੋ ਵੈਲਿਊ ਆ ਆਪਣੇ ਕੋਲ, ਉਹ ਵੈਲਿਊ ਆਪਣੇ ਕੋਲ ਆ ਜਾਊਗੀ 1500 ਬਾਏ 6। ਇਸ ਨੂੰ ਕੈਂਸਲ ਕਰਨ ਤੋਂ ਬਾਅਦ ਆਪਣੇ ਕੋਲ ਜੋ ਆਨਸਰ ਆਊਗਾ T2 ਇਕੁਅਲ ਟੂ 250 ਕੈਲਵਿਨ। T2 ਦੀ ਵੈਲਿਊ ਜੋ ਆਪਣੇ ਕੋਲ ਆ ਜਾਊਗੀ 250 ਕੈਲਵਿਨ। ਇਹ ਸੀਗਾ ਕੋਫੀਸ਼ੀਐਂਟ ਆਫ ਪਰਫਾਰਮੈਂਸ ਰੈਫਰੀਜਰੇਟਰ ਦਾ ਨੂਮੈਰੀਕਲ। ਥੈਂਕਸ।